हेलो स्टूडेंट्स, आज असी टैक्सेशन प्रैक्टिसेस का दूसरा सबजैक्ट पढ़ांगे जो कि है फंडामेंटल ऑफ इनकम टैक्स। ਅੱਜ ਅਸੀਂ ਇਸ ਦਾ ਪਹਿਲਾ ਚੈप्टर ਆਮਦਨ ਕਰ ਅਧਿਕਾਰੀਆਂ ਅਤੇ ਉਹਨਾਂ ਦੀਆਂ ਸ਼ਕਤੀਆਂ ਬਾਰੇ ਜਾਣਕਾਰੀ ਲਵਾਂਗੇ। ਸਭ ਤੋਂ ਪਹਿਲੇ ਅਸੀਂ ਆਮਦਨ ਟੈਕਸ ਬਾਰੇ ਜਾਣਾਂਗੇ। ਆਮਦਨ ਟੈਕਸ ਹੁੰਦਾ ਕੀ ਹੈ, ਇਨਕਮ ਟੈਕਸ ਹੁੰਦਾ ਕੀ ਹੈ। ਭਾਰਤ ਦੇ ਸੰਵਿਧਾਨ ਦੇ ਅਨੁਛੇਦ 246 ਦੀ 7th ਸ਼ਡਿਊਲ ਦੀ ਪਹਿਲੀ ਸੂਚੀ ਦੇ ਆਧਾਰ ਤੇ ਭਾਰਤ ਵਿੱਚ ਆਮਦਨ ਕਰ ਲਗਾਇਆ ਜਾਂਦਾ ਹੈ, ਜਿਸ ਦੇ ਅਨੁਸਾਰ ਕੇਂਦਰ ਸਰਕਾਰ ਖੇਤੀ ਆਮਦਨ ਨੂੰ ਛੱਡ ਕੇ ਬਾਕੀ ਸਭ ਆਮਦਨਾਂ ਉੱਤੇ ਇਨਕਮ ਟੈਕਸ ਲਗਾਉਂਦੀ ਹੈ। ਆਮਦਨ ਕਰ ਡਾਇਰੈਕਟ ਟੈਕਸ ਹੈ ਕਿਉਂਕਿ ਇਸ ਦੇ ਭੁਗਤਾਨ ਦਾ ਭਾਰ ਜਿਹੜਾ ਹੁੰਦਾ ਵਾ ਉਹ ਉਸੇ ਵਿਅਕਤੀ ਤੇ ਹੁੰਦਾ ਵਾ ਜਿਹਦੀ ਉਹ ਆਮਦਨ ਹੁੰਦੀ ਹੈ। ਇਸ ਕਰਕੇ ਇਸ ਨੂੰ ਅਸੀਂ ਡਾਇਰੈਕਟ ਟੈਕਸ ਕਹਿੰਦੇ ਹਾਂ। ਇਸ ਟੈਕਸ ਦਾ ਭੁਗਤਾਨ ਸਾਲਾਨਾ ਤੌਰ ਤੇ ਐਨੂਅਲੀ ਅਸੀਂ ਕਰਦੇ ਹਾਂ। ਆਮਦਨ ਕਰ ਟੋਟਲ ਇਨਕਮ ਤੇ ਲਗਾਇਆ ਜਾਂਦਾ ਹੈ। ਜਿਹੜਾ ਟੈਕਸ ਹੈ ਵਿਅਕਤੀ ਦੀ ਕੁੱਲ ਆਮਦਨ ਵਿੱਚ ਉਸਦੇ ਵੇਤਨ ਤੋਂ ਜਿਹੜੀ ਉਹਨੂੰ ਇਨਕਮ ਹੁੰਦੀ ਆ ਉਹ ਇਨਕਲੂਡ ਕੀਤੀ ਜਾਂਦੀ ਆ। ਸੰਪਤੀ ਤੋਂ ਪ੍ਰਾਪਤ ਆਮਦਨ ਇਨਕਲੂਡਡ ਹੁੰਦੀ ਆ। ਵਪਾਰ ਜਾਂ ਪੇਸ਼ੇ ਤੋਂ ਉਹਨੂੰ ਜਿਹੜੀ ਆਮਦਨ ਹੁੰਦੀ ਆ ਉਹ ਆਪਾਂ ਇਹਦੇ ਵਿੱਚ ਇਨਕਲੂਡ ਕਰਦੇ ਆ। ਪੂੰਜੀ ਲਾਭ ਅਤੇ ਹੋਰ ਸਾਧਨਾਂ ਤੋਂ ਪ੍ਰਾਪਤ ਆਮਦਨ ਸਾਰੀਆਂ ਇਸ ਵਿੱਚ ਸ਼ਾਮਿਲ ਹੁੰਦੀਆਂ ਹਨ, ਜੋ ਕਿ ਆਪਾਂ ਅਗਲੀ ਵੀਡੀਓਜ਼ ਦੇ ਵਿੱਚ ਇੱਕ ਇੱਕ ਕਰਕੇ ਇਹਨਾਂ ਬਾਰੇ ਡਿਸਕਸ ਕਰਾਂਗੇ। ਅੱਜ ਦੀ ਵੀਡੀਓ ਦੇ ਵਿੱਚ ਅਸੀਂ ਜੋ ਮੇਨ ਡਿਸਕਸ ਕਰਨਾ ਵਾ ਉਹ ਹੈ ਇਨਕਮ ਟੈਕਸ ਅਥਾਰਟੀਜ਼ ਤੇ ਉਹਨਾਂ ਦੀਆਂ ਪਾਵਰਸ ਬਾਰੇ। ਆਇਕਰ ਅਧਿਨਿਯਮ ਦੀ ਧਾਰਾ 116 ਤੋਂ 138 ਤੱਕ ਜਿਹੜੀ ਆ ਉਹ ਅਧਿਕਾਰੀਆਂ ਦੀ ਨਿਯੁਕਤੀ, ਉਹਨਾਂ ਦੇ ਕਾਰਜ ਖੇਤਰ ਅਤੇ ਉਹਨਾਂ ਦੇ ਅਧਿਕਾਰਾਂ ਨਾਲ ਰਿਲੇਟ ਕਰਦੀ ਆ। ਆਮਦਨ ਕਰ ਵਿਭਾਗ ਵਿੱਚ ਲਗਭਗ 60,000 ਤੋਂ ਵੱਧ ਕਰਮਚਾਰੀ ਕੰਮ ਕਰਦੇ ਹਨ। ਅਲੱਗ-ਅਲੱਗ ਸ਼ਹਿਰਾਂ ਅਤੇ ਕਸਬਿਆਂ ਵਿੱਚ ਇਹ ਵੰਡੇ ਹੁੰਦੇ ਹਨ ਡਿਪਾਰਟਮੈਂਟਸ। ਇਹਨਾਂ ਅਧਿਕਾਰੀਆਂ ਦੀ ਜਿਹੜੀ ਨਿਯੁਕਤੀ ਹੈ ਉਹ ਸੈਂਟਰ ਗਵਰਨਮੈਂਟ ਵੱਲੋਂ ਕੀਤੀ ਜਾਂਦੀ ਹੈ। ਸੈਂਟਰ ਗਵਰਨਮੈਂਟ ਹੀ ਇਹਨਾਂ ਨੂੰ ਪਾਵਰਸ ਤੇ ਜਿਹੜੇ ਰਾਈਟਸ ਆ ਉਹ ਪ੍ਰੋਵਾਈਡ ਕਰਵਾਉਂਦੀ ਆ। ਉਹਦੇ ਰਿਲੇਟਿਡ ਜਿਹੜੇ ਨਿਯਮ ਆ ਉਹ ਵੀ ਸੈਂਟਰ ਗਵਰਨਮੈਂਟ ਨੇ ਹੀ ਬਣਾਉਣੇ ਹੁੰਦੇ ਆ। ਨੈਕਸਟ ਹੁਣ ਅਸੀਂ ਆਮਦਨ ਕਰ ਅਧਿਨਿਯਮ ਨਾਲ ਰਿਲੇਟਿਡ ਜਿਹੜੀ ਅਥਾਰਟੀਜ਼ ਆ ਉਹਨਾਂ ਦੀ ਇੱਕ ਵਾਰੀ ਲਿਸਟ ਦੇਖਦੇ ਆ, ਜੋ ਕਿ ਧਾਰਾ 116 ਦੇ ਵਿੱਚ ਸਾਨੂੰ ਪ੍ਰੋਵਾਈਡ ਕਰਵਾਈ ਗਈ ਆ। ਸਾਨਾ ਹਾਇਰ ਅਥਾਰਟੀ ਜਿਹੜੀ ਇਹ 'ਚ ਹੁੰਦੀ ਆ ਉਹ ਹੁੰਦੀ ਆ ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸ। ਉਸ ਤੋਂ ਬਾਅਦ ਸਾਡੇ ਆਉਂਦੇ ਆ ਡਾਇਰੈਕਟਰ ਜਨਰਲ ਜਾਂ ਚੀਫ ਕਮਿਸ਼ਨਰ ਆਫ ਇਨਕਮ ਟੈਕਸ, ਡਾਇਰੈਕਟਰ ਜਾਂ ਕਮਿਸ਼ਨਰ ਆਫ ਇਨਕਮ ਟੈਕਸ, ਐਡੀਸ਼ਨਲ ਡਾਇਰੈਕਟਰ, ਐਡੀਸ਼ਨਲ ਕਮਿਸ਼ਨਰ ਆਫ ਇਨਕਮ ਟੈਕਸ, ਜੁਆਇੰਟ ਡਾਇਰੈਕਟਰ, ਜੁਆਇੰਟ ਕਮਿਸ਼ਨਰ ਆਫ ਇਨਕਮ ਟੈਕਸ, ਡਿਪਟੀ ਡਾਇਰੈਕਟਰ ਆਫ ਇਨਕਮ ਟੈਕਸ, ਅਸਿਸਟੈਂਟ ਡਾਇਰੈਕਟਰ ਆਫ ਇਨਕਮ ਟੈਕਸ, ਕਰ ਨਿਰਧਾਰਨ ਅਧਿਕਾਰੀ, ਕਰ ਵਸੂਲੀ ਅਧਿਕਾਰੀ ਔਰ ਲਾਸਟ ਦੇ ਵਿੱਚ ਸਾਡੇ ਆਉਂਦੇ ਆ ਇੰਸਪੈਕਟਰ ਆਫ ਇਨਕਮ ਟੈਕਸ। ਇਸ ਚੈਪਟਰ ਦੇ ਵਿੱਚ ਆਪਾਂ ਇਹਨਾਂ ਸਾਰੀਆਂ ਅਥਾਰਟੀਜ਼ ਦੇ ਬਾਰੇ ਡਿਟੇਲ ਦੇ ਵਿੱਚ ਪੜਾਂਗੇ। ਸਾਨਾ ਪਹਿਲੇ ਸਾਡੀ ਜਿਹੜੀ ਮੇਨ ਅਥਾਰਟੀ ਆ ਜਾਂਦੀ ਆ ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸਿਸ, ਜਿਹਨੂੰ ਆਪਾਂ ਸ਼ਾਰਟ ਦੇ ਵਿੱਚ CBDT ਵੀ ਕਹਿੰਦੇ ਆ। ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸ ਦੀ ਸਥਾਪਨਾ 1963 ਵਿੱਚ ਹੋਈ ਸੀ। ਇਹ ਆਮਦਨ ਕਰ ਅਧਿਨਿਯਮ 1961 ਦੇ ਅਧੀਨ ਕੰਮ ਕਰਨ ਵਾਲਾ ਸਭ ਤੋਂ ਸਰਵੋਤਮ, ਸਭ ਤੋਂ ਵੱਡਾ ਬੋਰਡ ਹੈ, ਜੋ ਕਿ ਇੱਕ ਪ੍ਰਬੰਧਕ ਦੇ ਤੌਰ ਤੇ, ਇੱਕ ਸੁਪਰਵਾਈਜ਼ਰ ਦੇ ਤੌਰ ਤੇ ਜੋ ਇੱਕ ਕੰਟਰੋਲਰ ਦੇ ਤੌਰ ਤੇ ਕੰਮ ਕਰਦਾ ਹੈ। ਇਸ ਵਿੱਚ ਇੱਕ ਚੇਅਰਮੈਨ ਹੁੰਦਾ ਹੈ ਤੇ 4 ਮੈਂਬਰ ਹੁੰਦੇ ਹਨ। ਆਮਦਨ ਕਰ ਵਿਭਾਗ ਦੇ ਸਾਰੇ ਅਧਿਕਾਰੀ ਇਹਨਾਂ ਦੇ ਇੰਸਟਰਕਸ਼ਨਸ ਦੇ ਅਕੋਰਡਿੰਗ, ਇਹਨਾਂ ਦੇ ਆਦੇਸ਼ਾਂ ਦੇ ਅਨੁਸਾਰ ਹੀ ਕੰਮ ਕਰਦੇ ਹਨ। ਉਹਨਾਂ ਨੂੰ ਸਾਰੀਆਂ ਇੰਸਟਰਕਸ਼ਨਸ ਇਹਨਾਂ ਨੇ ਹੀ ਪ੍ਰੋਵਾਈਡ ਕਰਵਾਉਣੀਆਂ ਹੁੰਦੀਆਂ ਹੈ। ਨੈਕਸਟ ਹੈ ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸਿਸ ਦੀਆਂ ਸ਼ਕਤੀਆਂ ਅਤੇ ਅਧਿਕਾਰ। ਧਾਰਾ 2 ਸਬਧਾਰਾ ਸਬਸੈਕਸ਼ਨ 17 ਬੋਰਡ ਐਸੋਸੀਏਸ਼ਨ ਆਫ ਪਰਸਨ ਨੂੰ ਕੰਪਨੀ ਘੋਸ਼ਿਤ ਕਰ ਸਕਦਾ ਹੈ। ਧਾਰਾ 118 ਅਨੁਸਾਰ ਸੈਂਟਰਲ ਬੋਰਡ ਜਿੰਨੇ ਵੀ ਆਮਦਨ ਕਰ ਅਧਿਕਾਰੀ ਹੁੰਦੇ ਹਨ, ਜਿਵੇਂ ਕਿ ਸਾਡੇ ਡਿਪਟੀ ਕਮਿਸ਼ਨਰ ਹੋ ਗਿਆ, ਚੀਫ ਕਮਿਸ਼ਨਰ ਹੋ ਗਿਆ, ਅਸੈਸਿੰਗ ਕਮਿਸ਼ਨਰ ਹੋ ਗਿਆ, ਜੁਆਇੰਟ ਕਮਿਸ਼ਨਰ ਹੋ ਗਿਆ ਆਦਿ, ਇਹਨਾਂ ਸਾਰੇ ਅਧਿਕਾਰੀਆਂ ਦਾ ਕੰਮ ਖੇਤਰ, ਉਹਨਾਂ ਦਾ ਏਰੀਆ ਜੋ ਹੈ ਉਹ ਡਿਸਾਈਡ ਕਰਦਾ ਹੈ। ਧਾਰਾ 120 ਅਨੁਸਾਰ ਬੋਰਡ ਡਾਇਰੈਕਟਰ ਜਨਰਲ ਤੇ ਚੀਫ ਕਮਿਸ਼ਨਰ ਆਫ ਇਨਕਮ ਟੈਕਸ ਨੂੰ ਨਿਰਦੇਸ਼ ਦੇ ਸਕਦਾ ਹੈ, ਜਿਸ ਦੇ ਅਨੁਸਾਰ ਉਹ ਆਮਦਨ ਕਰ ਅਧਿਕਾਰੀ ਦੇ ਕੰਮ ਕਰ ਸਕਦਾ ਹੈ।
ਧਾਰਾ 295 ਜਿਸ ਦੇ ਅਨੁਸਾਰ ਜਿਹੜੀ CBDT ਆ ਉਹ ਇਨਕਮ ਟੈਕਸ ਲਾਅ ਨੂੰ ਪ੍ਰੋਪਰ ਫੋਲੋ ਕਰਵਾਉਣ ਲਈ ਪੂਰੇ ਭਾਰਤ ਵਿੱਚ ਲਾਗੂ ਹੋਣ ਵਾਲੇ ਨਿਯਮ ਬਣਾ ਸਕਦੀ ਹੈ। ਫਿਰ ਸਾਰੇ ਭਾਰਤ ਵਿੱਚ ਉਹੀ ਨਿਯਮ ਲਾਗੂ ਹੁੰਦੇ ਹਨ। ਬੋਰਡ ਇਨਕਮ ਟੈਕਸ ਆਫਿਸਰ ਨੂੰ ਇਨਵੈਸਟੀਗੇਸ਼ਨ ਸੰਬੰਧੀ ਅਧਿਕਾਰ ਪ੍ਰਦਾਨ ਕਰਦਾ ਹੈ, ਜਿਸ ਵਿੱਚ ਲੋੜ ਅਨੁਸਾਰ ਉਹ ਜ਼ਬਤ ਸੰਬੰਧੀ ਅਧਿਕਾਰਾਂ ਦੀ ਵੀ ਵਰਤੋਂ ਕਰ ਸਕਦਾ ਹੈ। CBDT ਜਿਹੜਾ ਹੈ ਉਹ TDS ਜਿਹੜਾ ਹੁੰਦਾ ਹੈ ਉਹਦੀ ਫੁੱਲ ਫਾਰਮ ਕੀ ਹੁੰਦੀ ਹੈ? ਟੈਕਸ ਡਿਡਕਟਿਡ ਐਟ ਸੋਰਸ, ਜਿਹਨੂੰ ਆਪਾਂ ਕਹਿੰਦੇ ਆ ਆਮਦਨ ਦੀ ਥਾਂ ਤੇ ਕਟੌਤੀ। TDS ਸੰਬੰਧੀ ਵੀ ਇਹ ਨਿਯਮ ਰੂਲਸ ਜਿਹੜਾ ਹੈ ਉਹ ਬਣਾ ਸਕਦਾ ਵਾ। ਇਸ ਤੋਂ ਇਲਾਵਾ ਕਿਸੇ ਖਾਸ ਵਿਅਕਤੀ ਨੂੰ ਇਹ ਪੈਨ ਨੰਬਰ ਲੈਣ ਲਈ, ਪੈਨ ਨੰਬਰ ਕੀ ਹੁੰਦਾ ਸਾਡਾ? ਪਰਮਨੈਂਟ ਅਕਾਊਂਟ ਨੰਬਰ, ਉਹ ਲੈਣ ਦੇ ਵੀ ਆਦੇਸ਼ ਦੇ ਸਕਦਾ ਹੈ। ਇਸ ਤੋਂ ਇਲਾਵਾ ਜਿਹੜਾ ਬੋਰਡ ਹੈ ਉਹ ਕਿਸੇ ਵੀ ਆਮਦਨ ਨੂੰ ਐਗਰੀਕਲਚਰ ਇਨਕਮ, ਨਾਨ ਐਗਰੀਕਲਚਰ ਇਨਕਮ ਜਾਂ ਮਿਕਸਡ ਇਨਕਮ ਦੀ ਕੈਟਾਗਰੀ ਦੇ ਵਿੱਚ ਪਾ ਸਕਦਾ ਹੈ। ਬੋਰਡ ਕੋ ਪੂਰੇ ਰਾਈਟ ਹੁੰਦੇ ਆ ਕਿ ਉਹ ਡੈਪਰੀਸੀਏਸ਼ਨ ਰਿਗਾਰਡਿੰਗ ਨਿਯਮ ਬਣਾ ਸਕਦਾ ਹੈ ਕਿ ਕਿੰਨੀ ਐਸਟ ਤੇ, ਕਿਹੜੀ ਸੰਪत्ति ਤੇ ਕਿੰਨਾ ਰੇਟ ਆਫ ਡੈਪਰੀਸੀਏਸ਼ਨ ਲੱਗੇਗਾ, ਕਿੰਨੀ ਮੁੱਲ ਘਸਾਈ ਲੱਗਣੀ ਆ, ਉਸ ਦੇ ਰਿਗਾਰਡਿੰਗ ਸਾਰੇ ਦੇ ਸਾਰੇ ਰੂਲਸ ਜਿਹੜਾ ਵਾ ਉਹ ਬੋਰਡ ਬਣਾਉਂਦਾ ਹੈ। ਧਾਰਾ 44A ਦੇ ਅਕੋਰਡਿੰਗ ਅਕਾਊਂਟਸ ਤੇ ਜਿਹੜੇ ਇੰਪੋਰਟੈਂਟ ਡਾਕੂਮੈਂਟਸ ਆ ਉਹਨਾਂ ਨੂੰ ਕਿੰਨੇ ਸਾਲਾਂ ਲਈ ਸੰਭਾਲਣਾ ਵਾ, ਇਹਨਾਂ ਸੰਬੰਧੀ ਰੂਲਸ ਵੀ ਸੈਂਟਰ ਬੋਰਡ ਜਿਹੜਾ ਉਹ ਤਿਆਰ ਕਰਦਾ ਹੈ। ਨੈਕਸਟ ਅਥਾਰਟੀ ਹੈ ਡਾਇਰੈਕਟਰ ਜਨਰਲ ਆਫ ਇਨਕਮ ਟੈਕਸ ਜਾਂ ਚੀਫ ਕਮਿਸ਼ਨਰ ਆਫ ਇਨਕਮ ਟੈਕਸ। ਜਿਹੜਾ ਡਾਇਰੈਕਟਰ ਜਨਰਲ ਆਫ ਇਨਕਮ ਟੈਕਸ ਹੈ ਉਸਦੀ ਜਿਹੜੀ ਅਪੁਆਇੰਟਮੈਂਟ ਹੁੰਦੀ ਆ ਉਹ ਸੈਂਟਰ ਗਵਰਨਮੈਂਟ ਵੱਲੋਂ ਹੁੰਦੀ ਹੈ। ਜਿਹੜੇ ਇਹਨਾਂ ਦੀਆਂ ਪਾਵਰਸ ਆ, ਇਹਨਾਂ ਦੇ ਕਾਰਜ ਖੇਤਰ ਆ, ਉਹਨਾਂ ਬਾਰੇ ਸਾਰੇ ਡਿਸੀਜਨ ਸੈਂਟਰ ਬੋਰਡ ਆਫ ਡਾਇਰੈਕਟ ਟੈਕਸ ਲੈਂਦਾ ਹੈ। ਨੈਕਸਟ ਇਜ਼ ਡਾਇਰੈਕਟਰ ਜਨਰਲ ਆਫ ਇਨਕਮ ਟੈਕਸ ਜਾਂ ਚੀਫ ਕਮਿਸ਼ਨਰ ਆਫ ਇਨਕਮ ਟੈਕਸ ਦੀਆਂ ਸ਼ਕਤੀਆਂ ਜਾਂ ਅਧਿਕਾਰ। ਧਾਰਾ 119 ਸਬ ਧਾਰਾ 3 ਅਨੁਸਾਰ ਡਾਇਰੈਕਟਰ ਜਨਰਲ ਕੋਲ ਇਨਕਮ ਟੈਕਸ ਆਫੀਸਰਸ ਨੂੰ ਡਾਇਰੈਕਸ਼ਨਸ ਦੇਣ ਦੀ ਪਾਵਰਸ ਹੁੰਦੀ ਹੈ ਤੇ ਜਿਨ੍ਹਾਂ ਨੂੰ ਉਹਨਾਂ ਆਫੀਸਰਸ ਨੂੰ ਫੋਲੋ ਕਰਨਾ ਹੋਵੇਗਾ। ਧਾਰਾ 135 ਅਨੁਸਾਰ ਡਾਇਰੈਕਟਰ ਕੋਲ ਇਨਵੈਸਟੀਗੇਸ਼ਨ ਰਿਲੇਟਿਡ ਸਾਰੀ ਪਾਵਰਸ ਹੁੰਦੀਆਂ। ਮੇਨਲੀ ਇਹ ਪਾਵਰਸ ਡਾਇਰੈਕਟਰ ਜਨਰਲ ਉਦੋਂ ਯੂਜ਼ ਕਰਦਾ ਵਾ ਜਦੋਂ ਉਹਨੂੰ ਲੱਗਦਾ ਵਾ ਕਿ ਅਸੈਸੀ ਕਿਸੇ ਤਰੀਕੇ ਦੀ ਇਨਕਮ ਨੂੰ ਲੁਕੋ ਰਿਹਾ ਹੈ, ਉਦੋਂ ਉਹ ਇਹਨਾਂ ਪਾਵਰਾਂ ਦੀ ਵਰਤੋਂ ਕਰ ਸਕਦਾ ਹੈ। ਡਾਇਰੈਕਟਰ ਜਨਰਲ ਬੋਰਡ ਦੀ ਇੰਸਟਰਕਸ਼ਨ ਅਨੁਸਾਰ ਅਸਿਸਟੈਂਟ ਕਮਿਸ਼ਨਰ ਤੋਂ ਹੇਠਲੇ ਆਫੀਸਰਸ ਦੀ ਅਪੁਆਇੰਟਮੈਂਟ ਕਰ ਸਕਦਾ ਹੈ। ਅੰਡਰ ਸਪੈਸ਼ਲ ਸਰਕਮਸਟੈਂਸਿਸ ਡਾਇਰੈਕਟਰ ਇੱਕ ਅਸੈਸਿੰਗ ਆਫੀਸਰ ਤੋਂ ਕੇਸ ਲੈ ਕੇ ਦੂਸਰੇ ਅਸੈਸਿੰਗ ਆਫੀਸਰਸ ਨੂੰ ਸ਼ਿਫਟ ਕਰ ਸਕਦਾ ਹੈ, ਬਟ ਇਸ ਤੋਂ ਪਹਿਲੇ ਉਹਨਾਂ ਨੂੰ ਇੱਕ ਸੁਣਵਾਈ ਦਾ ਮੌਕਾ ਦੇਣਾ ਲਾਜ਼ਮੀ ਹੋਵੇਗਾ। ਜੇਕਰ ਕੋਈ ਕਰਦਾਤਾ ਸਾਡਾ ਇੱਥੇ ਆਮਦਨ ਨੂੰ ਛੁਪਾਉਂਦਾ ਹੈ ਤਾਂ ਡਾਇਰੈਕਟਰ ਜਨਰਲ ਅਜਿਹੇ ਕੇਸ ਵਿੱਚ ਉੱਥੇ ਇਨਵੈਸਟੀਗੇਸ਼ਨ ਦੇ ਹੁਕਮ ਜਾਰੀ ਕਰ ਸਕਦਾ ਹੈ। ਆਪਣੇ ਕਾਰਜ ਖੇਤਰ ਅਨੁਸਾਰ ਆਮਦਨ ਕਰ ਦੀ ਜਾਣਕਾਰੀ ਪ੍ਰਾਪਤ ਕਰਨ ਦਾ ਅਧਿਕਾਰ ਰੱਖਦਾ ਹੈ।